श्री हरकृष्ण ध्याई है जिस डिठा सब दुख जाए। जुगो जुग अटल तन तन सतगुरु श्री गुरु ग्रंथ साहिब महाराज जी की पावन पवित्र गोद विच सभाईमान वडभागी आदरयोग गुरु सवारी गुरु नवाजी साध संग सतसंगी जनों, दासा की बेनती प्रवान करदे होया फतेह की सांझ पाओ। आखो जी वाहेगुरु जी का खालसा वाहेगुरु जी की फतेह। समुचिया संगतां नूं सतगुरु गुरु हरकृष्ण साहिब महाराज जी के पावन इतिहासिक स्थान गुरुद्वारा श्री पंजोखरा साहिब विखे जी आया अते सालाना जोड़ मेले दियां बहुत बहुत वधाइयां। नम्रता साथ बेनती है कि बहुत सारिया संगतां
ਬਾਹਰ ਧੁੱਪ ਸੇਕ ਰਹੀਆਂ ਨੇ, ਬਹੁਤ ਵਧੀਆ ਗੱਲ ਏ। ਉੱਥੇ ਵੀ ਆਨੰਦ ਬਣਿਆ ਹੋਇਆ, ਆਵਾਜ਼ ਪਹੁੰਚ ਰਹੀ, ਆਪ ਕੀਰਤਨ ਦਾ ਆਨੰਦ ਲੈ ਰਹੇ ਹੋ। ਪਰ ਹੁਣ ਮੌਸਮ ਠੀਕ ਹੈ, ਬੇਨਤੀ ਹੈ ਕਿ ਕਿਰਪਾ ਕਰਕੇ ਦੀਵਾਨ ਹਾਲ ਦੀ ਰੌਣਕ ਵਧਾਈਏ। ਇੱਥੇ ਜਰਨੇ ਜਰਨੇ ਵਿੱਚ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਨਿਆਮਤਾਂ ਤੇ ਬਖਸ਼ਾਂ ਨੇ। ਕਿਉਂ? ਇੱਥੇ ਗੂੰਗਿਆਂ ਨੂੰ ਜ਼ੁਬਾਨ ਮਿਲੀ ਹੈ, ਜਿਨ੍ਹਾਂ ਨੂੰ ਸ਼ਬਦ ਨਹੀਂ ਸਨ ਨਾ ਮਿਲੇ, ਉਹਨਾਂ ਨੂੰ ਸਤਿਗੁਰੂ ਜੀ ਨੇ ਰਸਨਾ ਬਖਸ਼ੀ ਹੈ। ਕਿੰਨੀਆਂ ਕੁ ਉਦਾਹਰਨਾਂ ਦਈਏ। ਸਤਿਕਾਰਯੋਗ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਸਰੀਰਕ ਵਿਧਾ ਦੇ ਚਲਦਿਆਂ ਹੋਇਆਂ ਕਹਿੰਦੇ ਨੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਆ ਪਿਛਲੇ 1 ਸਾਲ ਦੀ ਘਟਨਾ ਏ, ਜ਼ਿਆਦਾ ਲੰਬੀ ਗੱਲ ਨਹੀਂ। ਉਹ ਸ਼ਬਦਾਵਲੀ ਤੋਂ ਹੀਣ ਹੋ ਗਏ ਸਨ। ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਕਰਦੇ ਰਹੇ। ਉਹਨਾਂ ਅਰਦਾਸਾਂ ਬੇਨਤੀਆਂ ਦਾ ਫਲ ਹੋਇਆ ਕਿ ਇਸੇ ਸਥਾਨ ਦੇ ਉੱਤੇ ਆ ਕੇ ਉਹਨਾਂ ਨੇ ਜੋ ਬਿਲਕੁਲ ਹੀ ਬੋਲਣ ਚਾਲਣ ਤੋਂ ਖਾਮੋਸ਼ ਹੋ ਗਏ ਸਨ, ਬੋਲ ਵੀ ਨਹੀਂ ਸੀ ਸਕਦੇ। ਜੇ ਕੁਝ ਕਹਿਣਾ ਹੁੰਦਾ ਸੀ ਤੇ ਕਾਪੀ ਤੇ ਲਿਖ ਦਿਆ ਕਰਦੇ ਸਨ। ਇਹ ਪ੍ਰਮਾਣਿਕ ਘਟਨਾ ਹੈ। ਔਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਦਾ ਇਹ ਫਲ ਹੋਇਆ ਕਿ ਅਸੀਂ ਇੱਥੇ ਉਹਨਾਂ ਦਾ ਕੀਰਤਨ ਸ਼ਰਵਣ ਕੀਤਾ ਦਰਬਾਰ ਦੇ ਅੰਦਰ। ਇਹ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹੈ ਜਿਹੜਾ ਬੇਮਤਿਆਂ ਨੂੰ ਮਤ ਦਿੰਦਾ ਹੈ। ਜਿਹੜੇ ਮੂਰਖ ਸ਼ਬਦ ਆਪਾਂ ਕਹਿ ਸਕਦੇ ਆ, ਉਹਨਾਂ ਦੇ ਹਿਰਦੇ ਦੇ ਅੰਦਰ ਵੀ ਗਿਆਨ ਦੀ ਜੋਤ ਜਗਾਉਂਦਾ ਹੈ। ਗੁਰੂ ਦੇ ਨੇੜੇ ਹੋਈਏ, ਆਤਮਿਕ ਤੌਰ ਤੇ, ਸਰੀਰਕ ਤੌਰ ਤੇ ਹੈ ਹੀ ਆ। ਔਰ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਮੈਂ ਆਪਣੇ ਸਿਮਝ ਸਮੇਂ ਦੇ ਅੰਦਰ। ਉਹ ਬੇਨਤੀ ਹੈ ਕਿ ਇਨਸਾਨ ਗੁਰੂ ਦੇ ਅੰਦਰ, ਗੁਰੂ ਦੇ ਨੇੜੇ ਆਵੇ ਤੇ ਭੈ ਭਾਵਨੀ ਕਰਕੇ ਆਵੇ। ਔਰ ਐਤਕੀ ਦਾ ਇਹ ਸਾਲਾਨਾ ਜੋੜ ਮੇਲਾ, ਜਿੱਥੇ ਸਾਡੇ ਪ੍ਰਬੰਧਕ ਸਹਿਬਾਨ ਵਧਾਈ ਦੇ ਪਾਤਰ ਨੇ, ਮੇਰੇ ਸਤਿਕਾਰਯੋਗ ਵੀਰ ਗੁਰਦੁਆਰਾ ਸਾਹਿਬ ਜੀ ਦੇ ਅਨੰਦ ਸੇਵਾਦਾਰ ਕੈਸ਼ੇ ਸਾਹਿਬ ਭਾਈ ਕੇਰ ਸਿੰਘ ਜੀ, ਸਰਦਾਰ ਸੁਖਦੇਵ ਸਿੰਘ ਜੀ ਮੈਨੇਜਰ ਸਾਹਿਬ, ਵੀਰ ਕੁਲਵਿੰਦਰ ਸਿੰਘ ਜੀ ਅਤੇ ਸਮੁੱਚਾ ਸਟਾਫ ਇਸ ਪ੍ਰੋਗਰਾਮ ਨੂੰ ਸੋਹਣਾ ਬਣਾਉਣ ਵਾਸਤੇ ਬੜਾ ਉਦਮ ਉਪਰਾਲਾ ਕਰ ਰਹੇ ਨੇ। ਸਾਡੀ ਮੈਨੇਜਮੈਂਟ ਜਿਨ੍ਹਾਂ ਨੇ ਐਦਿਕ ਇੱਕ ਵਧੀਆ ਉਪਰਾਲਾ ਕੀਤਾ ਹੈ ਕਿ ਜਿੰਨੇ ਵੀ ਇਲਾਕੇ ਦੇ ਜਥੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਸਾਲਾਨਾ ਜੋੜ ਮੇਲੇ ਦੀ ਰੌਣਕ ਵਧਾਉਣ ਦਾ ਮੌਕਾ ਦਿੱਤਾ ਜਾਵੇ, ਕਿਉਂਕਿ ਹਰ ਇਨਸਾਨ ਦੇ ਅੰਦਰ ਭਾਵਨਾ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਕਹਿੰਦੇ ਨੇ ਜੈਸੇ ਕਿਰਤਾਸ ਗਰਜਾਤ ਜਲ ਬੂੰਦ ਭਰੀ, ਕਿਰਤ ਸੰਬੰਧ ਜਲ ਮਦ ਸਾਵਧਾਨ ਹੈ। ਕਾਗਜ਼ ਜਿਹੜਾ ਪਾਣੀ ਵਿੱਚ ਗਲ ਜਾਂਦਾ ਹੈ ਤੇ ਜਦੋਂ ਇਹਨੂੰ ਥਿੰਦੇ ਦਾ ਸਹਿਯੋਗ ਮਿਲ ਜਾਏ ਤੇ ਇਹ ਗਲਣ ਤੋਂ ਬਚ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਗੁਰੂ ਦੇ ਨਾਲ ਜੁੜ ਜਾਂਦਾ, ਕਿਉਂਕਿ ਮੈਂ ਇਹਦਾ ਵਿਸਤਾਰ ਨਾ ਕਰਾਂ, ਪਰ ਇੱਕ ਸਾਵਧਾਨੀ ਵਾਲੀ ਘਟਨਾ ਇਹ ਹੈ। ਸਿਆਣੇ ਇੱਕ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਜਿੰਨਾ ਕੋਈ ਕਿਸੇ ਰਾਜੇ ਦੇ ਨੇੜੇ ਰਹਿੰਦਾ ਹੈ ਉਹਨਾਂ ਨਿਡਰ ਹੋ ਜਾਂਦਾ ਹੈ। ਜਿੰਨਾ ਕੋਈ ਵਿਅਕਤੀ ਗੁਰੂ ਦੇ ਨੇੜੇ ਰਵੇ ਉਹ ਗੁਰੂ ਤੋਂ ਨਿਡਰ ਹੋ ਜਾਂਦਾ ਹੈ। ਐਸਾ ਨਹੀਂ ਹੁੰਦਾ ਕਿ ਗੁਰੂ ਦੇ ਕੋਲ ਰਹਿਣ ਵਾਲਾ ਹਰ ਮਨੁੱਖ ਅਗਰ ਉਹਦੇ ਅੰਦਰ ਭੈ ਭਾਵਨਾ ਨਹੀਂ ਤਾਂ ਗੁਰੂ ਤੋਂ ਜ਼ਿਆਦਾ ਲਾਹਾ ਨਹੀਂ ਲੈ ਸਕਦਾ। ਗੁਰੂ ਤੋਂ ਲਾਹਾ ਲੈਣਾ ਹੈ ਤਾਂ ਹਿਰਦੇ ਦੇ ਵਿੱਚ ਗਿਆਨ ਦੀ ਜੋਤ ਨੂੰ ਜਾਗਰਤ ਰੱਖਣਾ ਪਏਗਾ। ਸ੍ਰੀ ਅਨੰਦਪੁਰ ਸਾਹਿਬ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਅੰਦਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਉਦਾਸੀ ਸੰਤ ਆ ਗਏ। ਇਹਨਾਂ ਉਦਾਸੀ ਸਾਧਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਾਂ ਕਰਤਾਰਪੁਰ ਸਾਹਿਬ ਵਾਲੀ ਭੀੜ ਕਹਿੰਦੇ ਆ, ਇਹਦਾ ਪਾਵਨ ਉਤਾਰਾ ਉਹਨਾਂ ਨੇ ਆਪਣੀ ਕਲਮ ਦੇ ਨਾਲ, ਪਹਿਲਾਂ ਸਿੱਖ ਜਿਹੜੇ ਸਨ ਇਹ ਬਾਣੀ ਤੇ ਪੰਜਾਬੀ ਕਲਮ ਦੇ ਨਾਲ ਹੀ ਲਿਖਿਆ ਕਰਦੇ ਸਨ, ਉਦੋਂ ਪ੍ਰੈਸਾਂ ਨਹੀਂ ਸਨ ਹੁੰਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਲੈ ਕੇ ਅਨੰਦਪੁਰ ਸਾਹਿਬ ਆਏ ਤੇ ਉਹਨਾਂ ਦੇ ਮਨ ਦੀ ਮਨਸ਼ਾ ਇਹ ਸੀ, ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਨਿਗਾਹ ਕਢਵਾ ਲਵਾਂਗੇ, ਕਿਤੇ ਕੋਈ ਖਾਮੀ ਜਾਂ ਤਰੁੱਟੀ ਨਾ ਰਹਿ ਜੇ, ਤੇ ਸਤਿਗੁਰੂ ਆਪਣੇ ਹੱਥਾਂ ਦੇ ਨਾਲ ਦਸਤਖਤ ਕਰ ਦੇਣ ਤੇ ਅਸੀਂ ਆਪਣੇ ਡੇਰੇ ਦੇ ਵਿੱਚ ਮਾਨਵਤਾ ਦੇ ਭਲੇ ਦੇ ਵਾਸਤੇ ਇਸ ਪਾਵਨ ਬੀੜ ਨੂੰ ਪ੍ਰਕਾਸ਼ ਕਰ ਦਿਆਂਗੇ। ਭਾਈ ਆਨੰਦ ਚੰਦ ਸਿੰਘਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਵਾਨ ਹੈ, ਜਿਹਨੇ ਭੰਗਾਣੀ ਸਾਹਿਬ ਦੇ ਯੁੱਧ ਵਿੱਚ ਬਹੁਤ ਸਾਰੀ ਤੇਗ ਚਲਾਈ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਬਚਿੱਤਰ ਨਾਟਕ ਦੇ ਅੰਦਰ ਕਿ ਤਹਾਂ ਨੰਦ ਚੰਦਨ ਕੀਓ ਕੋਪ ਭਾਰੋ, ਲਗਾਈ ਬਰਸ਼ੀ ਕਮਾਣੰ ਸੰਭਾਰੋ।
गुरु का दीवान है, गुरु का मुखी सिख है, पर गुरु ਨੂੰ किस रूप ਵਿੱਚ ਵੇਖਦਾ ਹੈ ਧਿਆਨ ਦੇਣ ਵਾਲੀ ਗੱਲ ਹੈ। ਅਸੀਂ ਗੁਰੂ ਨੂੰ ਕਿਵੇਂ ਵੇਖਦੇ ਆ ਇਹ ਸਾਡੇ ਤੇ ਨਿਰਭਰ ਕਰਦਾ ਹੈ। ਜੇਕਰ ਗੁਰੂ ਨੂੰ ਉੱਪਰੋਂ ਵੇਖਾਂਗੇ ਤੇ ਸਾਨੂੰ ਉੱਪਰੋਂ ਨਜ਼ਰ ਆਏਗਾ, ਓਪਰਾ ਵੇਖਾਂਗੇ ਓਪਰਾ ਨਜ਼ਰ ਆਏਗਾ। ਗੁਰੂ ਵਿੱਚੋਂ ਦਾਤਾਂ ਨੂੰ ਲੱਭਾਂਗੇ, ਦਾਤਾਂ ਨਜ਼ਰ ਆਉਣਗੀਆਂ। ਲਾਲਚ ਦੀ ਭਾਵਨਾ ਨਾਲ ਵੇਖਾਂਗੇ, ਲਾਲਚ ਨਜ਼ਰ ਆਏਗਾ। ਮੁਕਤੀ ਦੇ ਦੌਰ ਤੇ ਵੇਖਾਂਗੇ, ਮੁਕਤੀ ਪ੍ਰਾਪਤ ਹੋ ਜਾਏਗੀ। ਤੇ ਜੇ ਆਤਮਿਕ ਸੁੱਖ ਦੀ ਚਾਹ ਰੱਖਾਂਗੇ, ਇਸ ਪੱਖ ਨਾਲ ਗੁਰੂ ਨੂੰ ਵੇਖਾਂਗੇ ਤੇ ਆਤਮਿਕ ਸੁੱਖ ਪ੍ਰਾਪਤ ਹੋ ਜਾਏਗਾ। ਅਖੀਰ ਕੀ ਹੈ ਕਿ ਭਾਈ ਨੰਦ ਚੰਦ ਦੇ ਨਾਲ ਜਦੋਂ ਮਿਲਾਪ ਹੋਇਆ ਇਹਨਾਂ ਸਾਧਿਆਂ ਦਾ, ਤੇ ਭਾਈ ਨੰਦ ਚੰਦ ਨੇ ਬਚਨ ਕੀਤਾ। ਆਖਣ ਲੱਗੇ ਗੁਰੂ ਸਾਹਿਬ ਪ੍ਰਚਾਰਕ ਦੌਰੇ ਤੇ ਗਏ ਨੇ, ਕਦੋਂ ਮੁੜਨ ਪਤਾ ਨਹੀਂ। ਉਹ ਆਪਣੀ ਮਰਜ਼ੀ ਦੇ ਮਾਲਕ ਨੇ, ਉਹ ਕਰਨੀਆਂ ਦੇ ਮਾਲਕ ਨੇ। ਇਹ ਪਾਵਨ ਪੀੜ ਮੈਨੂੰ ਦੇ ਜਾਓ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣਗੇ ਮੈਂ ਉਹਨਾਂ ਕੋਲ ਪ੍ਰਵਾਨਗੀ ਲੈ ਕੇ ਰੱਖ ਲਵਾਂਗਾ। ਸਮਾਂ ਪਿਆ, ਸਾਧ ਚਲੇ ਗਏ, ਕੁਝ ਸਮਾਂ ਬੀਤਿਆ, ਕੁਝ ਮਹੀਨਿਆਂ ਦਾ ਟਾਈਮ ਬੀਤ ਗਿਆ। ਨੰਦ ਚੰਦ ਦੇ ਮਨ ਵਿੱਚ ਖਿਆਲ ਆਇਆ, ਆਖਣ ਲੱਗਾ ਵੀ ਜਿਸ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਹੋਵੇ ਉਹਨੂੰ ਰੋਟੀ ਦੀ ਕਮੀ ਨਹੀਂ। ਕਰਤਾਰਪੁਰ ਸਾਹਿਬ ਬਾਬਾ ਧੀਰਮਲ ਦਾ ਖਾਨਦਾਨ, ਬਾਬਾ ਪ੍ਰਿਥੀ ਚੰਦ ਮਿਹਰਬਾਨ ਦਾ ਖਾਨਦਾਨ, ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਹੈ। ਰੋਟੀ ਆਪੇ ਹੀ ਚਲੀ ਆ ਜਾ ਰਹੀ ਹੈ। ਉਹ ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਹੋਵੇ, ਯਾਦ ਰੱਖਿਓ ਉਹਨੂੰ ਰੋਟੀ ਦੀ ਕਾਹਦੀ ਘਾਟ ਹੈ। ਤੇ ਮੇਰਾ ਮਨ ਇਹ ਕਹਿੰਦਾ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡਦੇ ਆ। ਜਦੋਂ ਸਾਧ ਆਏ, ਇਹ ਬਚਨ ਹੋਇਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬੀੜ ਮੰਗੀ ਤੇ ਭਾਈ ਨੰਦ ਚੰਦ ਬੇਈਮਾਨ ਹੋ ਗਿਆ। ਇਹਨੇ ਆਖਿਆ ਕਿਹੜੀ ਬੀੜ, ਕਿਹੜਾ ਸਰੂਪ, ਮੈਨੂੰ ਕੋਈ ਸਰੂਪ ਨਹੀਂ ਤੁਸੀਂ ਦੇ ਗਏ। ਗੱਲ ਚਲਦਿਆਂ ਚਲਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਭਾਈ ਨੰਦ ਚੰਦ ਨੂੰ ਬੁਲਾਉਂਦੇ, ਇਹ ਸਿੱਖ ਜਿਹੜਾ ਹੈ ਰਾਤੋਂ ਰਾਤ ਆਪਣੇ ਸਾਥੀਆਂ ਸਮੇਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀੜ ਲੈ ਕੇ ਕਰਤਾਰਪੁਰ ਸੋਢੀਆਂ ਜ਼ਿਲ੍ਹਾ ਜਲੰਧਰ ਦੇ ਵਿੱਚ ਇਹ ਪਹੁੰਚਿਆ ਵਾ। तीर मल दे कोल जा आ डेरा लाया, तीर मल दे कोल जा आ डेरा लाया, तीर मल दे कोल जा आ डेरा लाया, तीर मल दे कोल जा आ डेरा लाया। ओ बेटा किता ग्रंथ साहब ते है फरमाया, 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 बेटा किता ग्रंथ साहब ते है फरमाया। मैं छाड़ा गुरु साहब नू तक आप दसाया, मैं छाड़ा गुरु साहब नू तक आप दसाया, मैं कडिया
ਸਮਝ ਪਰਾਇਆ, ਮੈਨੂੰ ਚਾਹੀਏ ਮਾਣ ਬਖਸ਼ਣਾ ਨਾ ਸਮਝ ਪਰਾਇਆ। ਮੈਨੂੰ ਚਾਹੀਏ ਮਾਣ ਬਖਸ਼ਣਾ, ਮੈਨੂੰ ਚਾਹੀਏ ਮਾਣ ਬਖਸ਼ਣਾ ਨਾ ਸਮਝ ਪਰਾਇਆ, ਮੈਨੂੰ ਚਾਹੀਏ ਮਾਣ ਬਖਸ਼ਣਾ ਨਾ ਸਮਝ ਪਰਾਇਆ। ਸੁਣ ਧੀਰ ਮਲ ਦੇ ਸਾਥੀਆਂ ਇਹ ਮਤਾ ਪਕਾਇਆ, ਸੁਣ ਧੀਰ ਮਲ ਦੇ ਸਾਥੀਆਂ ਇਹ ਮਤਾ ਪਕਾਇਆ, ਸੁਣ ਧੀਰ ਮਲ ਦੇ ਸਾਥੀਆਂ ਇਹ ਮਤਾ ਪਕਾਇਆ। ਧੀਰ ਮਲ ਦੇ ਸਾਥੀਆਂ ਇਹ ਮਤਾ ਪਕਾਇਆ, ਧੀਰ ਮਲ ਦੇ ਸਾਥੀਆਂ ਇਹ ਮਤਾ ਪਕਾਇਆ। ਉਹ ਕਰ ਦੂ ਨਾਲੀ ਸੋਧ ਕੇ, ਕੱਢ ਨਾਲੀ ਸੋਧ ਕੇ ਨਿਸ਼ਾਨਾ ਲਾਇਆ, ਕੱਢ ਨਾਲੀ ਸੋਧ ਕੇ ਨਿਸ਼ਾਨਾ ਲਾਇਆ। ਗੋਲੀ ਲੱਗੀ ਛਾਤੀ ਵਿੱਚ ਜਾ ਨੰਦ ਪਾਰ ਬੁਲਾਇਆ, ਗੋਲੀ ਲੱਗੀ ਛਾਤੀ ਵਿੱਚ ਜਾ ਨੰਦ ਪਾਰ ਬੁਲਾਇਆ, ਗੋਲੀ ਲੱਗੀ ਛਾਤੀ ਵਿੱਚ ਜਾ ਨੰਦ ਪਾਰ ਬੁਲਾਇਆ। ਗੋਲੀ ਲੱਗੀ ਛਾਤੀ ਵਿੱਚ ਗੋਲੀ ਲੱਗੀ ਛਾਤੀ ਵਿੱਚ ਜਾ ਨੰਦ ਪਾਰ ਬੁਲਾਇਆ, ਗੋਲੀ ਲੱਗੀ ਛਾਤੀ ਵਿੱਚ ਜਾ ਨੰਦ ਪਾਰ ਬੁਲਾਇਆ। ਉਹ ਬੇਮੁਖ ਹੋ ਕੇ ਗੁਰਾਂ ਤੂੰ ਦੱਸ ਕੀ ਫਲ ਪਾਇਆ, ਬੇਮੁਖ ਹੋ ਕੇ ਗੁਰਾਂ ਤੂੰ ਦੱਸ ਕੀ ਫਲ ਪਾਇਆ। ਓ ਬੇਮੁਖ ਹੋ ਕੇ ਗੁਰਾਂ ਤੂੰ ਦੱਸ ਕੀ ਫਲ ਪਾਇਆ, ਬੇਮੁਖ ਹੋ ਕੇ ਗੁਰਾਂ ਤੂੰ ਦੱਸ ਕੀ ਫਲ ਪਾਇਆ। कि जैसे एक चीटी पाछे कोट चीटी चली जात। भाई गुरदास जी का यह पावन बचन ध्यान देण योग है, क्योंकि जदों असीं गुरबाणी शरवण करते हैं, इतिहास शरवण करते हैं, तो ਉਹਦੇ ਵਿੱਚੋਂ ਅਸੀਂ ਕੁਝ ਤਲਾਸ਼ਣਾ ਹੁੰਦਾ ਹੈ, ਉਹਦੇ ਵਿੱਚੋਂ ਕੁਝ ਅਸੀਂ ਲੱਭ ਕੇ ਆਪਣੇ ਜੀਵਨ ਦੇ ਉੱਤੇ ਉਸ ਨੂੰ ਚਲਾਉਣਾ, ਚਲਤਮਾਨ ਕਰਨਾ ਹੁੰਦਾ ਹੈ। ਸਾਡੇ ਮਾਨਯੋਗ ਗੁਰਮੁਖ ਪਿਆਰੇ ਵੀਰਾਂ ਵੱਲੋਂ, ਭੈਣਾਂ ਵੱਲੋਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਾਵਨ ਦਰਬਾਰ ਦੀ ਸ਼ੋਭਾ ਵਡਿਆਈ ਕਰਦਿਆਂ ਹੋਇਆਂ ਬਹੁਤ ਸਾਰਾ ਮਾਣ ਪਿਆਰ ਭੇਜਿਆ ਜਾ ਰਿਹਾ। ਧੰਨਵਾਦ ਹੈ। ਭਾਈ ਗੁਰਦਾਸ ਜੀ ਕਥਨ ਕਰਦੇ ਨੂੰ ਕਹਿੰਦੇ ਨੇ, ਜੈਸੇ ਏਕ ਚੀਟੀ ਪਾਛਾ ਕੋਟ ਚੀਟੀ ਚਲੀ ਜਾਤ, ਇੱਕ ਟੱਕ ਬੱਗ ਡੱਗ ਮਗ ਸਾਵਧਾਨ ਹੈ। जैसे कूंज पात भली पात साज सहज में उड़त आकाश चारी आगा आगवान है। जैसे मिर्ग माल चाल चलत टलत नाहे, जतर ततर अगर भागी रमत तद ध्यान है। खग मिर्ग मीन सन्मुख पाछे लागे जाहे, प्राणी गुर चलत छाड़ चलत अज्ञान है। ਜਿਹੜਾ ਇਹ ਮਨੁੱਖ ਹੈ, ਇਹ ਪੰਛੀਆਂ ਕੋਲੋਂ ਵੀ ਸ਼ਾਇਦ ਨਹੀਂ ਸਿੱਖ ਸਕਦਾ। ਜੇ ਸਿੱਖਣਾ ਚਾਹਵੇ ਤੇ ਜਾਨਵਰਾਂ ਕੋਲੋਂ ਵੀ ਸਿੱਖ ਸਕਦਾ, ਪੰਛੀ ਕੋਲੋਂ ਵੀ ਸਿੱਖ ਸਕਦਾ ਹੈ। ਭਾਈ ਗੁਰਦਾਸ ਜੀ ਨੇ ਇਹਦੇ 'ਚ ਬੜਾ ਕੁਝ ਉਦਾਹਰਨ ਦਿੱਤਾ, ਪਰ ਮੈਂ ਸਮੇਂ ਮੁਤਾਬਕ ਸਮੇਂ ਦੀ ਗੱਲ ਕਰਦਿਆਂ ਹੋਇਆ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਗੁਰੂ ਨੇ ਸਾਨੂੰ ਮਾਰਗ ਦਰਸਾਇਆ, ਜੇਕਰ ਉਸ ਮਾਰਗ ਤੋਂ ਅਸੀਂ ਹਿਲ ਜਾਵਾਂਗੇ ਤੇ ਸਾਡੇ ਜੀਵਨ ਦੇ ਵਿੱਚ ਉਹ ਰੌਣਕ ਨਹੀਂ ਰਹਿਣ ਲੱਗੀ। ਇਹ ਤੁਲਨਾਤਮਕ ਅਧਿਐਨ ਹੈ, ਰਚਨਾਤਮਕ ਵਿਧੀ ਹੈ। गौर करिए, भाई नंद चंद सतगुरु जी के दरबार तो बेमुख हो गया, गुरु के चरणों तो बेमुख हो गया, दौलत नूं मुख रख लिया। जे गुरु नूं आपां सामने रख के दौलत लभदे हां ते फिर आत्मक सुख किन्ना क प्राप्त हो जाएगा। मनुख इस संसार दे अंदर आया इस करके है। सतगुरु जी कहते ने, प्राणी तू आया लाहा लैण, लाहा ते लेना है, पर संसार दी मोह माया बेशक सानू जीवन के अंदर सब कुछ चाहिए, सब कुछ ही चाहिए, ऐसा नहीं। रोटी भी चाहिए, मकान भी चाहिए, जीवन यापन वास्ते हर एक चीज़ चाहिए, पर जदों ममता वश असीं लालच वश गुरु नूं पिछे कर दईए तो गल बनती नहीं है। तो हुण ये भी सोचना है कि कोई फुल अपनी जड़ दे नालों टुट के किसी होर डाली दे नाल लग जाए तो एक प्रकृति का नियम है, वो ओहदे नाल खुशहाल नहीं हो सकता। इसे तरह ही है, जदों मनुख अपने गुरु तो टुट गया तो वह संसार ते कित्थे जाके खुशी मानेगा। गुरु तो बिना तो खुशी नहीं होनी ना। आत्मक सुख तो बिना संसार का सुख प्राप्त नहीं हो सकता। ये विचार योग गल है।
ਭਾਈ ਆਨੰਦ ਚੰਦ ਗੁਰੂ ਨੂੰ ਛੱਡ ਕੇ ਇਸ ਕਰਕੇ ਆਇਆ ਹੈ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੂਜਾ ਖਾਵਾਂਗਾ। ਜਿਹਦੇ ਕੋਲ ਬਾਣੀ ਹੈ ਇਹ ਤਾਂ ਸੱਚ ਹੈ, ਜਿਸ ਦੇ ਹਿਰਦੇ ਵਿੱਚ ਬਾਣੀ ਹੈ ਉਹਦਾ ਜੀਵਨ ਮਹਾਨ ਹੈ। ਜਿਹਦੇ ਜੀਵਨ ਵਿੱਚ ਬਾਣੀ ਹੈ ਉਹਦਾ ਜੀਵਨ ਮਹਾਨ ਹੈ। ਜਿਹਦੇ ਪਰਿਵਾਰ ਵਿੱਚ ਬਾਣੀ ਹੈ ਉਹਦਾ ਪਰਿਵਾਰ ਮਹਾਨ ਹੈ। ਜਿਹਦੇ ਖਿਆਲਾਂ ਵਿੱਚ ਬਾਣੀ ਹੈ ਯਾਦ ਰੱਖਣਾ ਉਹਦੇ ਖਿਆਲ ਵੱਡੇ ਤੇ ਉੱਚੇ ਹੋਣਗੇ। ਸਨਮਾਨਯੋਗ ਖਿਆਲ ਨੇ। ਭਾਈ ਆਨੰਦ ਚੰਦ ਜਦੋਂ ਇੱਥੇ ਗਿਆ ਹੁਣੇ ਭਾਈ ਸ਼ਬਦ ਇਹਦੇ ਨਾਲੋਂ ਲਾਹ ਦੇਣਾ ਚਾਹੀਦਾ। ਸਤਿਗੁਰੂ ਨੇ ਆਖਿਆ ਇਸ ਜੀਵਨ ਦੇ ਵਿੱਚ ਸੰਸਾਰ ਤੋਂ ਉਪਰਾਮ ਹੋ ਜਾ ਤੇ ਹੋ ਜਾ, ਪਰ ਗੁਰੂ ਤੋਂ ਉਪਰਾਮ ਨਾ ਹੋਏ। ਹਜੂਰ ਕਹਿੰਦੇ ਨੇ, ਸਾਨੂੰ ਉਦਾਹਰਨ ਦੇ ਰਹੇ ਨੇ, ਸਮਝਾ ਰਹੇ ਨੇ, ਕਹਿੰਦੇ ਨੇ ਸਮਝਣਾ ਤੇਰਾ ਕਰਮ ਹੈ, ਦੱਸਣਾ ਅਸੀਂ ਏ। ਹਜੂਰ ਬਚਨ ਕਰ ਰਹੇ ਨੇ, ਬੇਮੁਖ ਹੋਏ ਰਾਮ ਦੇ ਲੱਗਣ ਜਨਮ ਮੰਜੋਗ, ਖਿਨ ਮੈਂ ਕੌੜੇ ਹੋਏਗੇ ਜਿਤੜੇ ਮਾਇਆ ਭੋਗ। ਇਹ ਜਿੰਨੇ ਮਾਇਆ ਪਦਾਰਥਾਂ ਦੇ ਭੋਗ ਨੇ ਇਹ ਪਲਾਂ ਦੇ ਵਿੱਚ ਹੀ ਖਿਨ ਜਿਹੜੇ ਨੇ ਖਿਨ ਭੰਗਰ ਹੋ ਗਏ। ਕਿਉਂ ਹੋ ਗਏ? ਕਿਉਂਕਿ ਮਨੁੱਖ ਗੁਰੂ ਦੇ ਨਾਲੋਂ ਦੂਰ ਹੋ ਗਿਆ, ਗੁਰੂ ਦੇ ਨਾਲੋਂ ਟੁੱਟ ਗਿਆ। ਜਦੋਂ ਇੱਥੇ ਕਰਤਾਰਪੁਰ ਪਹੁੰਚਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਸਰੂਪ ਜੋ ਹੱਥ ਲਿਖਤ ਬੀੜ ਸੀ, ਇਹ ਭੇਟ ਕਰਦਿਆਂ ਹੋਏ ਆਖਣ ਲੱਗਾ, ਬਾਬਾ ਧੀਰਵਾਲ ਨੂੰ ਇਹ ਗੱਲ ਕਹਿਣ ਲੱਗਾ ਜੋ ਗੁਰੂ ਸਾਹਿਬ ਜੀ ਦੇ ਖਾਨਦਾਨ ਵਿੱਚੋਂ ਸੀ ਤੇ ਗੁਰੂ ਘਰ ਦੇ ਨਾਲ ਹਮੇਸ਼ਾ ਇਸਨੇ ਵੈਰ ਭਾਵ ਰੱਖਿਆ। ਯਾਦ ਰੱਖਿਓ, ਜਿਹੜਾ ਗੁਰੂ ਨਾਲ ਵੈਰ ਰੱਖੇਗਾ ਉਹ ਆਪਣੇ ਆਪ ਨਾਲ ਖੁਦ ਵੈਰ ਕਮਾ ਰਿਹਾ। ਸਿੱਖੀ ਤੇ ਕੈਸਾ ਅਨੋਖਾ ਬੂਟਾ ਹੈ ਜਿਹਦੀ ਛਾਂ ਦੇ ਹੇਠਾਂ ਹਰ ਇੱਕ ਜੀਵ ਆ ਕੇ ਆਨੰਦ ਮਾਣਦਾ। ਖੈਰ, ਮੈਂ ਸਮੇਂ ਮੁਤਾਬਕ ਗੱਲ ਕਹਿਣ ਲੱਗਾ। ਧੀਰ ਮੱਲ ਦੇ ਜਿਹੜੇ ਚਮਚੇ ਸਨ, ਜਿਹੜੇ ਚੇੜੇ ਚਪਟੇ ਸਨ, ਇਕੱਠੇ ਹੋਏ। ਇਹਨਾਂ ਮਸੰਦਾਂ ਨੇ ਇਹ ਗੱਲ ਆਖੀ, ਆਖਣ ਲੱਗੇ, ਬਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਭ ਤੋਂ ਵੱਡਾ ਸਿੱਖ, ਜਿਹਨੂੰ ਸਤਿਗੁਰੂ ਨੇ ਦੀਵਾਨ ਹੋਣ ਦਾ ਮਾਣ ਦਿੱਤਾ, ਪਦਵੀ ਦਿੱਤੀ, ਇੰਨੀ ਵੱਡੀ ਪਦਵੀ, ਗੁਰੂ ਦਾ ਜਰਨੈਲ ਵੀ ਹੋਵੇ ਤੇ ਗੁਰੂ ਸਾਹਿਬ ਨੂੰ ਛੱਡ ਕੇ ਕਿਵੇਂ ਆ ਸਕਦਾ? ਇਹ ਵੀ ਤੇ ਬੜੀ ਵੱਡੀ ਬਦਨਸੀਬੀ ਹੈ। ਜਦੋਂ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਕੋਲ ਜਾਏਗਾ ਤੇ ਦੂਜਾ ਸਾਡੇ ਤੇ ਯਕੀਨ ਹੀ ਨਹੀਂ ਕਰੇਗਾ। ਉਹ ਆਖੇਗਾ ਵੀ ਸਿੱਖ ਤੇ ਜਿਹੜਾ ਇੱਕ ਵਾਰ ਗੁਰੂ ਦੇ ਦਰ ਤੇ ਚਲਾ ਜਾਂਦਾ ਉਹ ਮੁੜ ਕੇ ਉਹਦੇ ਦਰ ਦਾ ਹੀ ਹੋ ਜਾਂਦਾ ਹੈ, ਸਾਡੇ ਦਰ ਤੇ ਕੀ ਲੈਣ ਆ ਗਿਆ? ਤੇ ਇਹ ਵੀ ਗੱਲ ਹੈ ਕਿ ਜਿਹਦੀ ਗੁਰੂ ਨਾਨਕ ਦੇ ਦਰ ਤੋਂ ਪੂਰੀ ਨਹੀਂ ਪਈ, ਹੋਰ ਕਿੱਥੋਂ ਪੂਰੀ ਪੈ ਜਾਏਗੀ? ਸਾਡੇ ਕੋਲ ਕੀ ਲੈਣ ਆ ਗਿਆ? ਅਸੀਂ ਤਾਂ ਉੱਥੋਂ ਹੀ ਲੈ ਕੇ ਆਉਨੇ ਆ, ਅਸੀਂ ਉੱਥੋਂ ਹੀ ਦਾਤਾ ਲੈ ਕੇ ਆਉਨੇ ਆ, ਤੇ ਸਾਡੇ ਕੋਲ ਕੀ ਲੈਣ ਆ ਗਿਆ? ਲੱਗਦਾ ਕੋਈ ਨਾ ਕੋਈ ਸਾਜ਼ਿਸ਼ ਕਰਨ ਵਾਸਤੇ ਆਇਆ ਹੈ, ਲੱਗਦਾ ਕੋਈ ਨਾ ਕੋਈ ਚਾਲ ਹੈ। ਇਹੀ ਜਿਹੜਾ ਸ਼ੱਕ ਪੈਦਾ ਹੋਇਆ ਮਨ ਦੇ ਅੰਦਰ, ਧੀਰ ਮੱਲ ਦੇ ਸਾਥੀਆਂ ਨੇ ਇਹ ਗੱਲ ਆਖੀ, ਆਖਣ ਲੱਗੇ, ਬਾਬਾ ਇਹ ਇੱਥੇ ਕੋਈ ਉਪੱਦਰ ਖੜਾ ਕਰਨ ਵਾਸਤੇ ਆਇਆ। ਇਸ ਇਤਿਹਾਸ ਵਿੱਚੋਂ ਅਸੀਂ ਇਹ ਗੱਲ ਲੱਭਣੀ ਹੈ ਕਿ ਜੇ ਗੁਰੂ ਦੇ ਨੇੜੇ ਰਹਿੰਦੇ ਆ ਤੇ ਥੋੜਾ ਭੈ ਵੀ ਪਾਲ ਕੇ ਰੱਖਿਆ ਕਰੀਏ ਭਾਈ। ਇਹ ਨਾ ਹੋਵੇ ਕਿ ਅਸੀਂ ਨਿਡਰ ਹੋ ਜਾਈਏ ਤੇ ਮਨਮਾਨੀਆਂ ਕਰਦੇ ਰਹੀਏ, ਕਿਉਂਕਿ ਜੀਵਨ ਦੇ ਅੰਦਰ ਇਹ ਸੋਚ ਲੈਣਾ ਕਿ ਲੇਖਾ ਸਾਨੂੰ ਵੀ ਦੇਣਾ ਪੈਣਾ, ਲੇਖਾ ਸਭ ਨੂੰ ਦੇਣਾ ਪੈਂਦਾ, ਕੋਈ ਅੱਗੇ ਤੇ ਕੋਈ 4 ਦਿਨ ਪਿੱਛੇ। ਤੇ ਜੇਕਰ ਅਸੀਂ ਗੁਰੂ ਦੇ ਕੋਲ ਹੋ ਕੇ ਗੁਰੂ ਦੇ ਹੀ ਬਣ ਜਾਈਏ ਤੇ ਫਿਰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜਾ ਕੋਈ। ਇੱਥੇ ਤੇ ਰਿਸ਼ਵਤ ਦੇ ਕੇ ਵੀ ਬੰਦਾ ਛੁੱਟ ਜਾਏਗਾ, ਪਰ ਉੱਥੇ ਰਿਸ਼ਵਤ ਨਹੀਂ ਚੱਲਣੀ, ਯਾਦ ਰੱਖਣਾ। ਆਖਣ ਲੱਗਾ, ਧੀਰ ਮੱਲ ਕਹਿਣ ਲੱਗਾ, ਫਿਰ ਹੁਣ ਕੀ ਕਰੀਏ? ਉਹ ਆਖਣ ਲੱਗੇ ਵੀ ਇੱਥੇ ਕੋਈ ਬਖੇੜਾ ਕਰਨ ਵਾਸਤੇ ਆਇਆ, ਲੱਗਦਾ ਕੋਈ ਚਾਲ ਖੇਡਣ ਵਾਸਤੇ ਆਇਆ, ਸਾਜ਼ਿਸ਼ ਕਰਨ ਵਾਸਤੇ ਆਇਆ, ਤੇ ਸਾਡਾ ਖਿਆਲ ਵੀ ਇਹਨੂੰ ਰਸਤੇ ਤੋਂ ਹਟਾ ਦਈਏ। ਧੀਰ ਮੱਲ ਕਹਿਣ ਲੱਗਾ, ਜੇ ਤੁਹਾਡਾ ਖਿਆਲ ਇਹ ਹੈ ਤੇ ਫਿਰ ਮੈਂ ਤੁਹਾਡੇ ਖਿਆਲ ਦੇ ਨਾਲ ਹੀ ਸਹਿਮਤ ਹਾਂ। ਹੁਣ ਤੁਸੀਂ ਸੋਚ ਲੈਣਾ, ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਪਾਸੇ ਜਾਏਗਾ। ਭਾਈ ਗੁਰਦਾਸ ਜੀ ਨੇ ਬੜੀਆਂ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿੰਦੇ ਨੇ ਕਿ ਦੇਖੋ, ਇੱਕ ਗਊ ਦਾ ਬਛੜਾ ਆਪਣੀ ਮਾਂ ਦੇ ਥਣਾ ਨੂੰ ਛੱਡ ਕੇ ਕਿਸੇ ਹੋਰ ਦੇ ਥੱਲੇ ਜਦੋਂ ਪੈਂਦਾ ਜਾ ਕੇ, ਤੇ ਉਹ ਜਿਹੜਾ ਆਪਣੇ ਬੱਚੇ ਨੂੰ ਪਛਾਣ ਲੈਂਦੀ ਹੈ ਤੇ ਉਸ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦੀ। ਇਸੇ ਤਰ੍ਹਾਂ ਹੀ ਸਿੱਖਾ ਸੋਚ ਲੈ, ਜੇ ਆਪਣੇ ਗੁਰੂ ਤੋਂ ਟੁੱਟ ਕੇ ਕਿਸੇ ਹੋਰ ਗੁਰੂ ਦੇ ਨਾਲ ਜਾ ਕੇ ਜੁੜ ਜਾਏਗਾ ਤੇ ਤੇਰਾ ਹਾਲ ਵੀ ਆਨੰਦ ਚੰਦ ਵਰਗਾ ਹੋਣਾ। ਕਹਿੰਦੇ ਨੇ ਕਿ ਹੁਣ ਇੱਕ ਮਸੰਦ ਦੁਨਾਲੀ ਲੈ ਕੇ ਭਰ ਕੇ ਖੜਾ ਹੋਇਆ ਤੇ ਸੰਦੇਸ਼ਾ ਭੇਜਿਆ, ਆਖਣ ਲੱਗਾ ਵੀ ਆ ਜਾ, ਤੁਹਾਨੂੰ ਬਾਬਾ ਬੁਲਾ ਰਹੀ ਹੈ। ਜਦੋਂ ਇਸ ਪਾਸੇ ਆਇਆ ਤੇ ਇਸ ਮਸੰਦ ਨੇ ਧੀਰ ਮੱਲ ਦੇ ਇਸ਼ਾਰੇ ਦੇ ਨਾਲ ਗੋਲੀ ਚਲਾਈ ਏ ਤੇ ਗੋਲੀ ਇਹਦੇ ਮੱਥੇ ਵਿੱਚ ਲੱਗੀ ਏ ਤੇ ਆਨੰਦ ਚੰਦ ਪਾਰ ਬੁਲਾ ਗਿਆ। ਇਹਦੇ ਜੀਵਨ ਦਾ ਬੜਾ ਤੁਖਾਂਤ ਭਰਿਆ ਅੰਤ ਹੋਇਆ, ਬੜਾ ਤੁਖਾਵਾਂ ਅੰਤ ਜਿਹਨੂੰ ਆਪਾਂ ਕਹਿੰਦੇ ਆ। ਇਹ ਖਬਰ ਪਹੁੰਚੀ ਅਨੰਦਪੁਰ ਸਾਹਿਬ, ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਇਹ ਖਬਰ ਪਹੁੰਚੀ ਹੈ ਤੇ ਸਿੱਖ ਥੋੜੇ ਜਿਹੇ ਨਿਰਾਸ਼ ਹੋਏ, ਉਦਾਸ ਜੇ ਵੀ ਹੋਏ। ਤੇ
ਇਹਨਾਂ ਨੇ ਆਪਣੇ ਮਨ ਦਾ ਤੌਖਲਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਗਟ ਕਰਦਿਆਂ ਹੋਏ ਆਖਿਆ, ਮਹਾਰਾਜ ਸਿੱਖੀ ਦਾ ਕੀ ਬਣੇਗਾ? ਜੇ ਏਡੇ ਏਡੇ ਤਬਾਰੀ ਸਿੱਖ ਗੁਰੂ ਦੇ ਦਰ ਤੋਂ ਦੂਰ ਹੋ ਗਏ ਤੇ ਫਿਰ ਸਿੱਖੀ ਦਾ ਕੀ ਬਣੇਗਾ? ਤੇ ਸਾਹਿਬ ਸੱਚੇ ਪਾਤਸ਼ਾਹ ਹੁਣ ਸਾਨੂੰ ਕੀ ਹੁਕਮ ਹੈ? ਗੁਰੂ ਮਹਾਰਾਜ ਨੇ ਆਖਿਆ ਕਿ ਸਿੱਖ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ। ਮਨੁੱਖ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਤੇ ਢਹਿੰਦੀਆਂ ਕਲਾਂ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ 4 ਦਿਨਾਂ ਦਾ ਮੇਲਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ, ਨਗਾਰਿਆਂ ਤੇ ਮਾਰੋ ਝੋਟਾ ਤੇ ਸ਼ਿਕਾਰ ਦੀ ਤਿਆਰੀ ਕਰੋ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨਦੇ ਆ। ਗੁਰੂ ਕਾ ਖਾਲਸਾ ਨਗਾਰਿਆਂ ਦੇ ਝੋਟਾ ਹੈ ਕਿਉਂ ਮਾਰਿਆ? ਸਿੱਖ ਪੰਥ ਗੁਰੂ ਜੀ ਦਾ ਹੈ ਨਿਆਰਾ ਜੀ, ਕਹਿੰਦੇ ਹੈ ਨਿਆਰਾ ਜੀ। ਸਿੱਖ ਪੰਥ ਗੁਰੂ ਜੀ ਦਾ ਹੈ ਨਿਆਰਾ ਜੀ, ਕਹਿੰਦੇ ਹੈ ਨਿਆਰਾ ਜੀ। ਜਿਹਦਾ ਜੰਗ ਲਈ ਸਦਾ ਹੈ ਨਿਆਰਾ ਜੀ, ਸਦਾ ਹੈ ਨਿਆਰਾ ਜੀ। ਛੱਡ ਕੇ ਸ਼ਿਕਾਰ ਚੜ੍ਹਦੇ ਸ਼ਿਕਾਰ ਨੂੰ ਚੜ੍ਹਦੇ ਸ਼ਿਕਾਰ ਨੂੰ, ਗੁਰੂ ਪੰਥ ਉੱਤੇ ਗੁਰੂ ਬਲਿਹਾਰ ਜੀ, ਗੁਰੂ ਬਲਿਹਾਰ ਜੀ। ਗੁਰੂ ਪੰਥ ਉੱਤੇ ਗੁਰੂ ਬਲਿਹਾਰ ਜੀ, ਗੁਰੂ ਬਲਿਹਾਰ ਜੀ। ਧੁੰਸ ਤੇ ਨਗਰ ਸਦਾ ਰਹਿਣ ਵੱਜਦੇ, ਸਦਾ ਰਹਿਣ ਵੱਜਦੇ। ਧੁੰਸ ਦੇ ਨਗਰ ਸਦਾ ਰਹਿਣ ਵੱਜਦੇ, ਸਦਾ ਰਹਿਣ ਵੱਜਦੇ। ਸਿੰਘ ਸੂਰ ਸ਼ੇਰ ਵਾਂਗੂ ਰਹਿਣ ਗੱਜਦੇ, ਕਹਿੰਦੇ ਰਹਿਣ ਗੱਜਦੇ। ਡਰ ਕੇ ਪਹਾੜੀ ਡਿੱਗਦੀ ਲਹਾਰ ਜੀ, ਡਿੱਗਦੀ ਲਹਾਰ ਜੀ। ਗੁਰੂ ਪੰਥ ਉੱਤੇ ਗੁਰੂ ਬਲਿਹਾਰ ਜੀ, ਗੁਰੂ ਬਲਿਹਾਰ ਜੀ। ਗੁਰੂ ਪੰਥ ਉੱਤੇ ਗੁਰੂ ਬਲਿਹਾਰ ਜੀ, ਗੁਰੂ ਬਲਿਹਾਰ ਜੀ। ਦੁਖੀਆਂ ਦੇ ਸਦਾ ਹੀ ਸਹਾਈ ਹੋਵੰਦੇ, ਹਾਂ ਸਹਾਈ ਹੋਵੰਦੇ। ਦੁਖੀਆਂ ਦੇ ਸਦਾ ਹੀ ਸਹਾਈ ਹੋਵੰਦੇ, ਹਾਂ ਸਹਾਈ ਹੋਵੰਦੇ। ਜੱਗ ਵਿੱਚ ਨੇਕੀਆਂ ਦੇ ਬੀਜ ਬੀਜਦੇ, ਕਹਿੰਦੇ ਬੀਜ ਬੀਜਦੇ। ਜ਼ੁਲਮ ਨੂੰ ਦਿੱਤਾ ਖਾਲਸੇ ਨਗਾਰ ਜੀ, ਖਾਲਸੇ ਨਗਾਰ ਜੀ। ਗੁਰੂ ਪੰਥ ਉੱਤੇ ਗੁਰੂ ਬਲਿਹਾਰ ਜੀ, ਗੁਰੂ ਬਲਿਹਾਰ ਜੀ। ਗੁਰੂ ਪੰਥ ਉੱਤੇ ਗੁਰੂ ਬਲਿਹਾਰ ਜੀ, ਗੁਰੂ ਬਲਿਹਾਰ ਜੀ। ਤੇ ਪਾਪੀ ਈਰਖਾ ਚ ਸੜਦੇ, ਈਰਖਾ ਚ ਸੜਦੇ। ਕਹਿ ਤੇ ਪਾਪੀ ਈਰਖਾ ਚ ਸੜਦੇ, ਈਰਖਾ ਚ ਸੜਦੇ। ਦੂਈ ਦਾ ਪਹਾੜਾ ਨਿਤ ਰਹਿਣ ਪੜਦੇ, ਨਿਤ ਰਹਿਣ ਪੜਦੇ। ਅੜ ਗਿਆ ਸਭ ਸਿੰਘਾਂ ਕੀਤਾ ਪਾਰ ਜੀ, ਸਿੰਘਾਂ ਕੀਤਾ ਪਾਰ ਜੀ। ਗੁਰੂ ਪੰਥ ਉੱਤੇ ਗੁਰੂ ਬਲਿਹਾਰ ਜੀ, ਗੁਰੂ ਬਲਿਹਾਰ ਜੀ। ਗੁਰੂ ਪੰਥ ਉੱਤੇ ਗੁਰੂ ਬਲਿਹਾਰ ਜੀ, ਗੁਰੂ ਬਲਿਹਾਰ ਜੀ। ਆਪਣੇ ਗੁਰ ਤੇ ਜੋ ਨਰ ਫਿਰ ਹੈ, ਇਹਾ ਉਹਾ ਤਾਂ ਕਿ ਗ੍ਰਹਿ ਗਿਰ ਹੈ। ਇਹ ਸਤਿਗੁਰੂ ਦਸ਼ਮੇਸ਼ ਪਿਤਾ ਜੀ ਦਾ ਪਾਵਨ ਬਚਨ। ਆਪਣੇ ਗੁਰ ਮਿਲ ਰਹੀਐ, ਅੰਮ੍ਰਿਤ ਗਹੀਐ, ਦੁਬਿਧਾ ਮਾਰ ਨਿਵਾਰੇ। ਸੋ ਲਗਭਗ 35 ਮਿੰਟਾਂ ਦੇ ਸਮੇਂ ਦੇ ਅੰਦਰ ਸਤਿਗੁਰੂ ਦੀ ਪਾਵਨ ਸਿਫਤ ਕਰਨ ਦਾ ਮੌਕਾ ਪ੍ਰਾਪਤ ਹੋਇਆ। ਗੁਰੂ ਮਹਾਰਾਜ ਬਖਸ਼ਾ ਕਰੇ, ਸਤਿਗੁਰੂ ਆਪਣੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਰੱਖੇ। ਸਤਿਗੁਰੂ ਜੀ ਦਾ ਧੰਨਵਾਦ। ਸਾਹਿਬ ਜੀ ਦੀਆਂ ਵਡਿਆਈਆਂ ਦਾ ਆਨੰਦ ਮਾਣ ਰਹੇ ਵਡਭਾਗੀ ਗੁਰੂ ਸਵਾਰੀ ਗੁਰੂ ਨਵਾਜੀ ਸਾਧ ਸੰਗਤ ਦਾ ਧੰਨਵਾਦ। ਸਮੁੱਚੀ ਮੈਨੇਜਮੈਂਟ ਦਾ ਧੰਨਵਾਦ, ਸੇਵਾਦਾਰਾਂ ਦਾ ਧੰਨਵਾਦ ਆ ਭਾਈ, ਜਿਨ੍ਹਾਂ ਨੇ ਸਾਹਿਬ ਦੀਆਂ ਰੌਣਕਾਂ ਵਧਾਉਂਦਿਆਂ ਹੋਇਆ ਪਾਵਨ ਦਰਬਾਰ ਸ਼ਿਰਕਤ ਕੀਤੀ ਹੈ। ਉੱਲਾ ਚੁੱਕਾਂ ਦੇ ਖਿਮਾ ਪਿਆਰ ਨਾਲ ਸਾਰੀਆਂ ਸੰਗਤਾਂ ਫਤਿਹ ਬੁਲਾਓ।
ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ